ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜਦੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹਾਂ ਤੇ ਕੁਝ ਕਿਤਾਬਾਂ ਵਿੱਚ ਸਿੱਖਾਂ ਨੂੰ ਡਾਕੂ ਲੁਟੇਰੇ ਕਰਕੇ ਲਿਖਿਆ ਹੋਇਆ ਹੈ ਔਰ ਸਾਨੂੰ ਇਸ ਤੇ ਬਹੁਤ ਗੁੱਸਾ ਆਉਂਦਾ ਹੈ ਕਿ ਸਿੱਖ ਬਹੁਤ ਬਹਾਦਰ, ਆਤਮ ਨਿਰਭਰ, ਸਰਬੱਤ ਦੇ ਭਲੇ ਲਈ ਕਾਰਜ ਕਰਨ ਵਾਲੇ, ਉਹਨਾਂ ਨੂੰ ਡਾਕੂ ਤੇ ਲੁਟੇਰੇ ਲਿਖਿਆ ਹੋਇਆ। ਔਰ ਅਸੀਂ ਰੋਸ ਦੇ ਵਜੋਂ ਧਰਨੇ, ਮੁਜ਼ਾਹਰੇ ਬਹੁਤ ਕੁਝ ਕਰਦੇ ਹਾਂ, ਕਿਉਂਕਿ ਸਿੱਖ ਕਦੀ ਵੀ ਡਾਕੂ ਤੇ ਲੁਟੇਰੇ ਨਹੀਂ ਸਨ। ਪਰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ। ਸਾਨੂੰ ਅੱਜ ਲੱਭਣਾ ਹੈ ਕਿ ਉਹ ਕਿਹੜਾ ਸਿੱਖੀ ਸਰੂਪ ਵਿੱਚ ਪਹਿਲਾ ਲਿਖਾਰੀ ਹੋਇਆ ਜਿਸ ਨੇ ਸਿੱਖਾਂ ਦੇ ਨਾਮ ਨਾਲ ਡਾਕੂ ਜਾਂ ਲੁਟੇਰੇ ਹੋਣ ਦਾ ਲਕਬ ਜੋੜਿਆ। ਸਾਡੇ ਸਿੱਖ ਹੁਣ ਤੱਕ ਇਸ ਬਾਰੇ ਕਿਉਂ ਨਹੀਂ ਜਾਣਦੇ? ਉਸ ਦਾ ਇੱਕੋ ਇੱਕ ਕਾਰਨ ਹੈ ਕਿ ਘਰ ਵਿੱਚ ਚੋਰੀ ਤਦ ਹੁੰਦੀ ਹੈ ਜਦੋਂ ਘਰ ਦੀ ਰਾਖੀ ਕਰਨ ਵਾਲੇ ਸਿਕਿਉਰਿਟੀ ਗਾਰਡ ਹੋਣ, ਚੌਕੀਦਾਰ ਹੋਣ, ਪੁਲਿਸ ਹੋਵੇ, ਫੌਜ ਹੋਵੇ, ਜਦੋਂ ਉਹ ਦੁਸ਼ਮਣ ਦੇ ਨਾਲ ਰਲ ਜਾਏ। ਪੰਜਾਬੀ 'ਚ ਮੁਹਾਵਰਾ ਹੈ, ਕੁੱਤੀ ਚੋਰਾਂ ਨਾਲ ਜਦੋਂ ਰਲ ਜਾਏ ਤੇ ਘਰ ਲੁੱਟੇ ਜਾਣੇ ਤੋਂ ਕੋਈ ਨਹੀਂ ਰੋਕ ਸਕਦਾ। ਸਾਡੀ ਸਿੱਖਾਂ ਦੀ ਵੀ ਹਾਲਤ ਇਹੀ ਹੋਈ ਹੈ। ਜਿਹੜੇ ਗੈਰ ਸਿੱਖਾਂ ਨੇ ਸਿੱਖਾਂ ਨੂੰ ਲੁਟੇਰੇ ਤੇ ਡਾਕੂ ਲਿਖਿਆ, ਉਹਨਾਂ ਨੇ ਜੇ ਲਿਖਿਆ ਹੈ ਤਾਂ ਸਿਰਫ ਸਿੱਖਾਂ ਦੁਆਰਾ ਲਿਖੇ ਗਏ ਇਤਿਹਾਸ ਨੂੰ ਪੜ੍ਹ ਕੇ ਹੀ ਅੱਗੇ ਲਿਖਿਆ। ਕਦੀ ਕਿਸੇ ਬਿਮਾਰੀ ਨੂੰ ਖਤਮ ਕਰਨਾ ਹੋਵੇ ਤੇ ਲੱਭਿਆ ਜਾਂਦਾ ਪਹਿਲਾਂ ਕਿ ਬਿਮਾਰੀ ਹੋਈ ਕਿਉਂ, ਇਸ ਦਾ ਕਾਰਨ ਕੀ ਹੈ। ਜੇ ਉਸ ਕਾਰਨ ਨੂੰ ਖਤਮ ਕਰ ਦਈਏ, ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ। ਬੁਖਾਰ ਹੋਇਆ, ਪੈਰਾਸੀਟਾਮੋਲ ਦੇ ਕੇ ਬੁਖਾਰ ਤਾਂ ਠੀਕ ਹੋ ਸਕਦਾ ਹੈ, ਪਰ ਬੁਖਾਰ ਫਿਰ ਚੜ੍ਹ ਜਾਣਾ। ਬੁਖਾਰ ਕਿਉਂ ਹੋਇਆ? ਜੇ ਉਸ ਕਾਰਨ ਨੂੰ ਲੱਭ ਕੇ ਉਸ ਕਾਰਨ ਨੂੰ ਕਿਲ ਕਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ, ਤਾਂ ਫਿਰ ਦੁਬਾਰਾ ਬੁਖਾਰ ਨਹੀਂ ਹੁੰਦਾ। ਸੋ ਪਹਿਲੀ ਗੱਲ ਸਮਝ ਲਓ, ਸਿੱਖ ਕਦੀ ਵੀ ਡਾਕੂ ਤੇ ਲੁਟੇਰੇ ਨਹੀਂ ਸਨ। ਹਾਂ, ਇਹ ਜੁਦੀ ਗੱਲ ਹੈ ਕਿ ਸਰਕਾਰ ਦੇ ਨਾਲ ਮੱਥਾ ਲਾਉਂਦਿਆਂ ਸਰਕਾਰੀ ਧਨ, ਸਰਕਾਰੀ ਜਾਇਦਾਦ ਨੂੰ ਲੁੱਟਣਾ, ਇਹ ਇਸ ਵਿੱਚ ਨਹੀਂ ਆਉਂਦਾ, ਕਿਉਂਕਿ ਉਸ ਸਮੇਂ ਦੇ ਵਿੱਚ ਸਰਕਾਰ ਕੋਈ ਵੋਟਾਂ ਨਾਲ ਚੁਣੀ ਹੋਈ ਨਹੀਂ ਸੀ। ਜਿਸ ਦੇ ਕੋਲ ਜ਼ੋਰ ਹੁੰਦਾ ਸੀ, ਤਾਕਤ ਹੁੰਦੀ ਸੀ, ਉਹੀ ਰਾਜਾ ਬਣ ਜਾਂਦਾ ਸੀ। ਤੇ ਇਸ ਕਰਕੇ ਸਰਕਾਰੀ ਧਨ ਨੂੰ, ਸਰਕਾਰੀ ਸਮਾਨ ਨੂੰ ਲੁੱਟਣਾ ਇਹ ਲੁੱਟਾਂ ਖੋਹਾਂ ਵਿੱਚ ਨਹੀਂ ਆਉਂਦਾ। ਪਰ ਇਹ ਸ਼ਾਤਰ ਲਿਖਾਰੀਆਂ ਨੇ ਸਿੱਖਾਂ ਨੂੰ ਆਮ ਲੁਟੇਰੇ, ਇੱਥੋਂ ਤੱਕ ਘਟੀਆ ਦਰਜੇ ਦੇ ਲੁਟੇਰੇ ਬਣਾਇਆ ਕਿ ਪਹਿਲੀ ਜਿਹੜੀ ਲੁੱਟ ਸਿੱਖਾਂ ਨੇ ਕੀਤੀ ਉਹ ਔਰਤਾਂ ਨੂੰ ਲੁੱਟਿਆ। ਤੁਸੀਂ ਹੈਰਾਨ ਹੋਗੇ ਕਿ ਇੱਦਾਂ ਕਿਹੜਾ ਹਿੰਮਤ ਕਰ ਸਕਦਾ ਜਿਹੜੇ ਅਜਿਹੀ ਕਹਾਣੀ ਲਿਖਦੇ ਕਿ ਸਿੱਖਾਂ ਨੇ ਔਰਤਾਂ ਨੂੰ ਲੁੱਟਿਆ। ਅਸੀਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਸਿੱਖ ਔਰਤਾਂ ਦਾ ਬਹੁਤ ਸਤਿਕਾਰ ਕਰਦੇ ਹੋ, ਭਾਵੇਂ ਉਹ ਦੁਸ਼ਮਣਾਂ ਦੀ ਔਰਤਾਂ ਵੀ ਕਿਉਂ ਨਾ ਹੋਣ। ਪਰ ਇਹ ਭਾਈ ਕਹਿ ਰਿਹਾ ਵੀ ਇਹ ਔਰਤਾਂ ਨੂੰ ਸਿੱਖਾਂ ਨੇ ਲੁੱਟਿਆ। ਭਈ ਮੈਂ ਨਹੀਂ ਕਹਿ ਰਿਹਾ, ਇੱਕ ਐਸਾ ਲਿਖਾਰੀ ਕਹਿ ਰਿਹਾ ਜਿਸ ਨੂੰ ਸਿੱਖਾਂ ਨੇ ਆਪਣੀਆਂ ਪਲਕਾਂ ਤੇ ਬਿਠਾਇਆ ਹੋਇਆ ਹੈ, ਜਿਸ ਦੀਆਂ ਲਿਖਤਾਂ ਨੂੰ ਸਿੱਖ ਗੁਰੂ ਦੀਆਂ ਲਿਖਤਾਂ ਦੇ ਬਰਾਬਰ ਪ੍ਰਕਾਸ਼ ਕਰਕੇ, ਰਮਾਲੇ ਪਾ ਕੇ ਉਸ ਦੀ ਗ੍ਰੰਥ ਦੀ ਕਥਾ ਕਰਦੇ ਹਨ। ਮੇਰੀ ਮੁਰਾਦ ਹੈ ਕਵੀ ਸੰਤੋਖ ਸਿੰਘ ਤੋਂ, ਜਿਸ ਨੂੰ ਚੂੜਾਮਣੀ ਦਾ ਖਿਤਾਬ ਵੀ ਦੇ ਦਿੱਤਾ। ਔਰ ਗੁਰਦੁਆਰਿਆਂ ਵਿੱਚ ਗੁਰਬਾਣੀ ਦੀ ਕਥਾ ਨਹੀਂ ਹੁੰਦੀ, ਕਵੀ ਸੰਤੋਖ ਸਿੰਘ ਦੇ ਲਿਖੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੁੰਦੀ ਹੈ।
पहली गल मैं समझा देवां इत्थे कि ये जिहड़ी वारदात है ये सन 1708 9 10 11 12 13 14 15 की है और ये लिखारी लिख रहा 1843 विच, भाव घटना वापरन तो 115-20 साल बाद विच लिख रहा, पर अपनी लिखत का कोई भी कारण नहीं दसदा, कोई भी उसका प्रमाण नहीं दिंदा कि ये लिखत कित्थों देख के लिख रहा। असल विच इसकी मंशा जो है ये सिੱਖੀ ਸਰੂਪ ਵਿੱਚ सी और दरबार साहब भी पढ़िया सब कुछ, पर क्योंकि ਜਾਂ ਤਾਂ ਇਸ ਦੇ ਮਨ ਦੇ ਵਿੱਚ ਹੀ ਕੁਝ ਕਾਲਕ ਸੀ ਜਾਂ ਇਹ ਆਪਣੀ ਕਿਸੇ ਮਜਬੂਰੀ ਕਰਕੇ ਗਰੀਬੀ ਕਰਕੇ ਪੈਸੇ ਦੇ ਲਾਲਚ ਨੂੰ ਕਿਸੇ ਦੁਸ਼ਮਣ ਦੇ ਚੁੰਗਲ ਵਿੱਚ ਫਸ ਗਿਆ। ਦੁਸ਼ਮਣ ਜੋ ਲਿਖਾਉਣਾ ਚਾਹੁੰਦਾ ਸੀ ਇਹ ਲਿਖੀ ਗਿਆ, क्योंकि ये सिੱਖੀ ਸਰੂਪ ਵਿੱਚ ਸੀ और साढ़े कोल होर उस वेले कोई लिखत नहीं सी। इस करके इस दे ग्रंथां दी ही साढ़े पुजारियां ने कथा शुरू कर दी, क्योंकि 200-250 साल तो इस दे ग्रंथ की कथा हो रही 200 साल तो, इस करके इहदियां कहानियां साढ़े जेहन विच पक्कियां हो गईयां। हुण असीं असली गल वल आउंदे हां। असीं जाणदे हां कि गुरु गोबिंद सिंह जी आखिरी समय नंदेड़ चले गए सी महाराष्ट्र विच। उत्थे जाके गुरु साहब ने बाबा बंदा सिंह बहादुर नूं तैयार करके पंजाब भेजिया ताकि वो जुल्म नूं ठल पा सके। सब तो वड्डा जालम पंजाब विच सरहंद दा जो सी वजीद खां, जो उत्थों दा नवाब सी, सब तो वड्डा वो जालम सी जिसने छोटे साहिबजादियां 7 ते 9 साल के जोरावर ते फतेह सिंह नूं शहीद किया सी, माता बजुर्ग माता गुजरी जी नूं शहीद किया सी। सो पूरी समझदारी नाल साडे सतगुरां ने बाबा बंदा सिंह बहादुर नूं सारी प्लैनिंग बना के दिती भी पंजाब जाके की कुछ करना। तो जो लिखे इतिहास अनुसार जो कवि संतोख सिंह ने लिखा कि गुरु गोबिंद सिंह ने बाबा बंदा सिंह बहादुर नूं उत्थों तैयार करके पंजाब भेजिया जमुना तो पार। उदों ये इलाका सारा पंजाब विच सी, जिहड़ा अज दा हरियाणा ये पंजाब विच सी। ते नाल लिखे अनुसार 5 सिंह भेजे। वो 5 सिंह उन्हां दे मुखी जिहड़े सन भाई विनोद सिंह, बाबा कान सिंह ते भाई जो है बल उहदा सी, वो 3 बंदे जिहड़े है नां लिखिया, अगे 2 बंदियां दा नां नहीं लिखिया। सो ये 3 बंदे 5 सिंह जिहड़े आए, बाबा बंदा सिंह बहादुर इहदे विच लिखिया कि अपनी करामात नाल शक्ति नाल बंदा बख्शी खालसा चला तेज दिखाए, अजमत वल ते पहुँचेगा संगन ते अगवाए। ਸਿੰਘਾਂ तो ਪਹਿਲਾਂ अपनी शक्ति ਦੇ ਨਾਲ ਉਹ पहुँच गया ਪਹਿਲਾਂ जमुना पार। ਉੱਥੇ फिर की कीता जिथे कपाल मोचन है, जै तीरथ है मोचन कपाल, तै ते 5 कोस थल पाल, तेहा ग्राम थे बड़ ऊचो, बंदा तिस थल जाए पहुँचो। तेहा पिंड सी, उत्थे उस पिंड टेहा ग्राम दे विच थे दे उत्ते उत्थे आके पहुँच गया और उत्थे आके 5 सिखां नूं जो है भाई बाज सिंह, भाई विनोद सिंह, भाई कान सिंह ते नाल 2 होर सिख, उन्हां दा नां इत्थे जिक्र नहीं कीता। ये 5 दी बेअंतियार करन लगा। वैसे मैं सच दसां ये कहानी सारी कवि संतोख सिंह ने बनाई, नहीं तो बड़े सोहणे लफ्ज़ां विच इतिहास लिखिया जा सकता सी कि बाबा बंदा सिंह बहादुर आया, 5 सिख नाल आए, अगर वो आए सन तां बाकी पंजाब दे विचों सिखां नूं इकट्ठे कीता। गुरु गोबिंद सिंह जी ने अपने हुक्मनामे भेजे सन, सिख बाबा बंदा सिंह की कमान थले इकट्ठे हो गए, उन्होंने सडौरा मारिया और होर बहुत सारिया जगह ते फतेह करके
ਅਖੀਰ ਸਰਹੰਦ ਨੂੰ ਫਤਿਹ ਕੀਤਾ। ਉਹ ਲੜਾਈ ਕਿਵੇਂ ਹੋਈ ਉਹ ਲਿਖਣ ਦੀ ਤੁਕ ਸੀ, ਪਰ ਕਿਉਂਕਿ ਜਦੋਂ ਕਿਸੇ ਮਨ ਦੇ ਵਿੱਚ ਕਾਲਕ ਹੋਵੇ, ਵੱਡਾ ਜਿਹੜਾ ਮਰਤਬਾ ਮੋਰਚਾ ਫਤਿਹ ਕੀਤਾ ਸੀ ਬੰਦਾ ਸਿੰਘ ਬਹਾਦਰ ਨੇ, ਉਸ ਦੇ ਜ਼ਿਕਰ ਤੋਂ ਪਹਿਲਾਂ ਹੀ ਬੰਦਾ ਸਿੰਘ ਬਹਾਦਰ ਤੇ ਉਸਦੇ ਸਾਥੀਆਂ ਦੀ ਮਿੱਟੀ ਪਲੀਤ ਕਰਨ ਨੂੰ ਉਹਦੇ ਨਾਂ ਦੇ ਨਾਲ ਐਸੀਆਂ ਕਹਾਣੀਆਂ ਜੋੜੀਆਂ ਗਈਆਂ ਕਿ ਤਾਂ ਕਿ ਲੋਕੀ ਉਹਨੂੰ ਥੂ ਕਰਨ ਲੱਗ ਜਾਣ ਵੀ ਇੰਨਾ ਨੀਚ, ਇੰਨਾ ਗਿਰਿਆ ਹੋਇਆ ਕਿ ਔਰਤਾਂ ਨੂੰ ਲੁੱਟ ਲਿਆ। ਸੋ ਆਓ ਅਸੀਂ ਅੱਗੇ ਪੜ੍ਹਦੇ ਹਾਂ। ਤੇ ਉਹ ਕਹਿੰਦੇ ਕਰਾਮਾਤ ਦੇ ਨਾਲ ਪਹਿਲਾਂ ਪਹੁੰਚ ਗਿਆ। ਹੁਣ ਦੱਸੋ ਜੇ ਐਸੀ ਕੋਈ ਕਰਾਮਾਤ ਗੁਰਮਤ ਵਿੱਚ ਪ੍ਰਮਾਣਿਤ ਹੁੰਦੀ ਤੇ ਗੁਰੂ ਗੋਬਿੰਦ ਸਿੰਘ ਤੇ ਕਰਾਮਾਤ ਕਰਕੇ ਪਤਾ ਨਹੀਂ ਕੀ ਕੁਝ ਕਰ ਲੈਂਦੇ, ਪਰ ਸਾਡੇ ਸਤਿਗੁਰਾਂ ਨੇ ਅਜਿਹਾ ਕਿਤੇ ਕੁਝ ਕੀਤਾ ਨਹੀਂ। ਪਰ ਕਿਉਂਕਿ ਇਹ ਗੁਰਮਤ ਨਿਰਮਲ ਪੰਥ ਦੇ ਵਿੱਚ ਕਵੀ ਸੰਤੋਖ ਸਿੰਘ ਤੇ ਅਜਿਹੇ ਹੋਰ ਬਹੁਤ ਸਾਰੇ ਉਹ ਕਰਾਮਾਤਾਂ ਵਾਲਾ ਪਾਣੀ ਪਾ ਕੇ ਗੁਰਮਤ ਨੂੰ ਡਿਲਿਊਟ ਕਰ ਰਹੇ, ਪਤਲਾ ਕਰ ਰਹੇ, ਤਾਂ ਕਿ ਨਾ ਮੰਨਣ ਯੋਗ ਕਰ ਰਹੇ। ਅੱਜ ਬਹੁਤੇ ਸਿੱਖ ਅਜਿਹੀਆਂ ਕਰਾਮਾਤਾਂ ਨਾਲ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਸ਼ਕਤੀ ਨਾਲ ਉੜ ਕੇ ਨੰਦੇੜ ਤੋਂ ਆ ਗਿਆ, ਪੰਜਾਂ ਸਿੰਘਾਂ ਤੋਂ ਪਹਿਲਾਂ ਆ ਗਿਆ। ਫਿਰ ਸਾਨੂੰ ਕੋਈ ਪੁੱਛਣ ਵਾਲਾ ਹੋਵੇ, ਅੱਜ ਤਾਂ ਮੋਬਾਈਲ ਹੈ, ਅਸੀਂ ਪੁੱਛ ਸਕਦੇ ਭਾਈ ਤੂੰ ਕਿੱਥੇ ਆ। ਹੁਣ ਨੰਦੇੜ ਤੋਂ ਚੱਲ ਕੇ ਜਮਨਾ ਪਾਰ ਤਾਂ ਕਿੱਡਾ ਵੱਡਾ ਏਰੀਆ, ਕਿੱਥੇ ਕੋਈ ਲੱਭੇਗਾ। ਪਰ ਕਹਾਣੀ ਬਣਾਉਣ ਵਾਲਾ ਉਹ ਰਾਈਟਰ ਵੀ ਹੋਈ ਹੈ ਔਰ ਪਲੇ ਕਰਾਉਣ ਵਾਲਾ ਡਾਇਰੈਕਟਰ ਵੀ ਹੋਈ ਹੈ। ਉਹ ਸਾਰਿਆਂ ਨੂੰ ਮਿਲਾ ਦਿੱਤਾ। ਉਸ ਥੇ 'ਤੇ ਆ ਕੇ ਜਿਹੜੇ 5 ਸਿੱਖ ਨੰਦੇੜ ਤੋਂ ਆਏ ਸਨ, ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ। ਆ ਕੇ ਉਹਨਾਂ ਨੇ ਪਹਿਲੀ ਗੱਲ ਕੀ ਕੀਤੀ, ਉਹ ਕਹਿੰਦੇ ਵੀ ਸਾਨੂੰ ਭੁੱਖ ਬੜੀ ਲੱਗੀ ਹੋਈ ਆ, ਭੁੱਖ ਲੱਗੀ ਹੋਈ ਆ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਭੁੱਖ ਤਾਂ ਲੱਗੀ ਹੋਈ ਆ, ਪਰ ਮੇਰੇ ਕੋਲ ਵੀ ਤੁਹਾਡੇ ਨੂੰ ਦੇਣ ਲਈ ਕੁਝ ਨਹੀਂ ਆ। ਤਾਂ ਫਿਰ ਭਈ ਅੱਗੋਂ ਕੀ ਗੱਲ ਹੋਈ ਕਿ ਵੀ ਦੇਣ ਨੂੰ ਕੁਝ ਨਹੀਂ ਆ, ਭੁੱਖ ਲੱਗੀ ਹੋਈ ਆ। ਤੇ ਕਹਿੰਦੇ ਕੁਝ ਨਾ ਬੀਬੀਆਂ ਰੋਟੀ ਲੈ ਕੇ ਜਾ ਰਹੀਆਂ ਸਨ। ਉਹਨੇ ਕਿਹਾ ਵੀ ਆ ਜਿਹੜਾ ਲੁੱਟ ਕਰਨੀ ਆ, ਪਹਿਲਾਂ ਖਾਣੇ ਦੀ ਲੁੱਟ ਕਰੋ, ਇਹ ਸਭ ਤੋਂ ਸ਼ੁਭ ਸ਼ਗਨ ਹੈ। ਲਓ ਜੀ, ਬੀਬੀਆਂ ਆਪਣੇ ਪਤੀਆਂ ਲਈ ਖੇਤਾਂ ਨੂੰ ਰੋਟੀ ਲੈ ਕੇ ਜਾ ਰਹੀਆਂ, ਉਹ ਕਿਰਤ ਕਰ ਰਹੇ ਨੇ। ਸਿੱਖ ਦਾ ਪਹਿਲਾ ਅਸੂਲ ਹੈ ਕਿਰਤ ਕਰਨਾ। ਅਸੀਂ ਮੰਨਦੇ ਹਾਂ ਉਹ ਬਾਹਰੋਂ ਆਏ ਸਨ, ਉਹਨਾਂ ਕੋਲ ਕੋਈ ਸਾਧਨ ਨਹੀਂ ਸੀ, ਰੋਟੀ ਖਾਣੀ ਸੀ, ਪਰ ਕਿਰਤੀ ਦੀ ਰੋਟੀ ਖੋ ਕੇ ਖਾਣੀ ਸੀ। ਕਿਸੇ ਸ਼ਹਿਰ ਕਸਬੇ ਵਿੱਚ ਜਾਂਦੇ, ਉੱਥੇ ਕਿਤੇ ਧਨਾੜ ਤੋਂ ਲੁੱਟਦੇ, ਉਹਦੇ ਕੋਲ ਵਾਧੂ ਮਾਲ ਹੁੰਦਾ, ਲੈ ਕੇ ਖਾ ਲੈਂਦੇ। ਆਓ ਅਸੀਂ ਪੜ੍ਹਦੇ ਹਾਂ ਕੀ ਲਿਖਿਆ ਹੋਇਆ। ਰਾਖ ਕਾਰ ਕਰਤ ਕ੍ਰਿਖ ਕੇਰੀ, ਤਿਨ ਹਿਤ ਲੀਏ ਜਾਤ ਤੇ ਸਹੇਰੀ, ਬੰਦਾ ਕਹੇ ਸੁਣੋ ਸਿੱਖ ਭਾਈ, ਇਹ ਗੁਰ ਪਠਿਓ ਛੀਨ ਲਿਓ ਖਾਈ। ਲਓ ਜੀ, ਇਹ ਵੀ ਜਿਹੜੀ ਗਲਤ ਕੰਮ ਹੈ ਗੁਰੂ ਦੇ ਸਿਰ ਤੇ ਪਾਤਾ ਕਿ ਗੁਰੂ ਨੇ ਕਿਹਾ ਸੀ ਕਿ ਖੋ ਕੇ ਖਾਓ। ਕੀ ਸਾਡੇ 10 ਗੁਰੂ ਸਾਹਿਬਾਨ ਨੇ ਕਿਤੇ ਅਜਿਹੀ ਸਿੱਖਿਆ ਦਿੱਤੀ ਆ ਗੁਰਬਾਣੀ ਦੇ ਵਿੱਚ ਕਿ ਖੋ ਕੇ ਖਾਓ? ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮੱਥੇ ਤੇ ਕਲੰਕ, ਕਾਲਾ ਟਿੱਕਾ ਲਾ ਕੌਣ ਰਿਹਾ? ਕਵੀ ਸੰਤੋਖ ਸਿੰਘ। ਅਸੀਂ ਕੌਣ ਆ? ਅਸੀਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਰੁਮਾਲੇ ਪਾ ਕੇ ਪ੍ਰਕਾਸ਼ ਕਰਕੇ ਇਸ ਦੀ ਕਥਾ ਕਰਦੇ ਹਾਂ। ਜਿੰਨੀ ਮਿਹਨਤ 10 ਗੁਰੂ ਸਾਹਿਬਾਨ ਨੇ ਹੁਣ ਤੱਕ ਕੀਤੀ ਸੀ, ਸਾਨੂੰ ਗੁਰਮਤਿ ਗਾੜੀ ਰਾਹ ਨਿਰਮਲ ਨਰਾਲਾ ਪੰਥ ਦੱਸਿਆ ਸੀ, ਉਹਦੀ ਸਾਰੀ ਮਿੱਟੀ ਮੇਚ ਦਿੱਤੀ। ਇਹ ਲਿਖਾਰੀ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ ਵੀ ਮੇਰੇ ਗੁਰੂ ਨੇ ਇਹ ਸਿੱਖਿਆ ਦਿੱਤੀ ਸੀ ਕਿ ਖੋ ਕੇ ਖਾਓ ਤੇ ਇਹ ਚੰਗਾ ਸ਼ਗਨ ਹੈ। ਅਸੀਂ ਪਹਿਲਾਂ ਭੋਜਨ ਰੋਟੀ ਖੋ ਕੇ ਖਾਂਦੇ ਹਾਂ। ਸੋ ਕਿਸਾਨ ਖੇਤੀ ਦੀ ਕਾਰ ਕਰਦੇ ਸਨ, ਉਹਨਾਂ ਵਾਸਤੇ ਰੋਟੀਆਂ ਲੈ ਕੇ ਜਾ ਰਹੀਆਂ ਸਨ ਬੀਬੀਆਂ, ਔਰਤਾਂ। ਬੰਦਾ ਸਿੰਘ ਨੇ ਕਿਹਾ, ਹੇ ਸਿੱਖ ਭਰਾਵੋ ਸੁਣੋ, ਇਹ ਗੁਰੂ ਜੀ ਨੇ ਭੇਜਿਆ ਹੈ, ਇਹਨਾਂ ਪਾਸੋਂ ਖੋ ਕੇ ਖਾ ਲਵੋ। ਇਹਦੇ ਅਰਥ ਕਰਨ ਲੱਗਿਆ ਵੀ ਇਹ ਬੇਈਮਾਨੀ ਕਰਦੇ ਆ। ਇਹ ਗੁਰ ਪਠਿਓ ਛਿਨ ਲਿਓ ਖਾਈ, ਗੁਰੂ ਨੇ ਭੇਜਿਆ, ਖੋ ਕੇ ਖਾ ਲਓ। ਓਕੇ, ਪ੍ਰਥਮ ਸ਼ਗਨ ਭੋਜਨ ਕਹੋ ਆਛਾ, ਤੇ ਚੰਗਾ ਆ ਪਹਿਲਾ ਜਿਹੜਾ ਜੋ ਹੈ ਸ਼ਗਨ ਹੈ ਉਹ ਭੋਜਨ ਦਾ ਕਰੋ। ਮੈਂ ਦੱਸ ਦੇਵਾਂ, ਇਹ ਜੋ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਔਰ ਡਾਕਟਰ ਅਜੀਤ ਸਿੰਘ ਔਲਖ ਨੇ 11 ਭਾਗਾਂ 'ਚ ਇਹਦੇ ਅਰਥ ਕੀਤੇ ਨੇ। ਇਹ 11ਵਾਂ ਭਾਗ ਹੈ। 11ਵੇਂ ਭਾਗ ਦਾ ਜੋ ਹੈ ਪੰਨਾ ਨੰਬਰ 768 ਤੋਂ ਅਸੀਂ ਸ਼ੁਰੂ ਕੀਤਾ ਹੈ।
ये 7वां अध्याय है, एन दूसरा है तो भाग 11वां है। तो किसी ने रैफर करना हो कर सकता कि कोलों कोई गप्पां नहीं मारियां जा रही। सिखां नूं डाकू लुटेरे जिहड़ा लकब दिता वो कवि संतोख सिंह ने अपनी ढीठताई नूं ਜ਼ਾਹਰ करन लई सिखां नूं बदनाम करन लई दिता। नहीं तो सिखां ने जरूर भोजन खाधा होएगा, आए होणगे। और किसी बहुत अमीर बंदे पिंडां 'ਚ उन्हां तों खो के खा लो, लुट के खा लो, कोई गल नहीं, मजबूरी है। पर एक किरती बंदियां दे वो भी औरतां तो भोजन खो के खाना। लो जी सुनो की कहंदे, पहला शगन भोजन दा चंगा है, होर वस्तां बाद विच लुटांगे। मतलब असल विच जिवें बाबा बंदा सिंह बहादुर नूं गुरु गोबिंद सिंह ने लुटण लई भेजिया सी, बई समय दी सरकार नाल आडा लैना सी, बादशाहियां नूं लुटना सी, वड्डे वजीरां एहलकारां नूं लुट के खाना सी। गरीब जिहड़े किरती मेहनत करके अपने बच्चे पालदे आ उन्हां नूं मजलूमां नूं मार के ये सिੱਖੀ दा किहड़ा असूल असीं पक्का कर रहे हैं। अच्छा, पहला शगन भोजन दा चंगा है, होर वस्तां बाद विच लुटांगे। ये सुन के भुखण पाने तुरत उठ पै, उन्हां सारियां रोटियां झट-पट खोह लईआं। उन्हां को सारा भोजन खोह लिया। जल पर बैठ अचन सो करी, पानी दे नेड़े बह के वो सब कुछ छक लिया। शुद्धा अधिक थी सब पर हरी, भुख जिहड़ी लगी सी वो दूर कर लई। इस्त्री अधक पाए कर रौरा, वो औरतां बेचारियां गरीब मजबूर अपने पतियां लई मेहनतकश लोकां लई भोजन लैके जा रही सी, रौला बिलकदियां रह गईयां। औरत की करेगी जदों 5-6 धाड़वी, मैं धाड़वी कहांगा ना क्योंकि ये धाड़वी लिख रहे, अजिहा कुछ होया नहीं। मन लो साडियां औरतां खेतां विच रोटी लैके जा रहीआं, राह दे विच कोई छुप के बैठे होण बदमाश, उन्हां तो रोटी खा लैण, साडियां औरतां की करनगियां। पर जिहड़ा बंदा तड़के दा जिसने हल जोड़िया होया खेतां 'च, वो किहदी मां नूं मासी कहेगा? की गलती कीती उन्हां? किहड़ा गलत पाप कर रहा सी समाजिक तौर ते जिहड़ा उहदे मूँह दे विच रोटी खो के इन्हां ने खाधी? कि उहनूं रोटी दी लोड़ नहीं सी, पर असल विच ये सिੱਖੀ दा मूँह काला करना सी। कवि सन अजे सिੱਖ इदां ही सोचण लग गया भी की करदे जी, भुख लगी, उन्हां नूं भी भुख लगी सी, किसी तकड़े नूं लुट के खाने ना, बहादरी उहदे विच है। औरतां नूं लुट के खाना कोई बहादरी दा काम नहीं है, ये बुज़दिलां दा कायरां दा काम है। तो इस कवि ने बाबा बंदा सिंह बहादुर की शुरुआत ही ऐसी कराई कि उन्होंने औरतां नूं लुटिया। अगे सुनो की होया, अगे लफ्ज किहड़े वरते होए ने ध्यान देना। जदों वो रौला पाउंदियां रह गईयां, कुछ नहीं होया। मार्ग में बैठे भट मारो, जाके अपने पतियां नूं कहंदियां कि मार्ग में बैठे भट पार, हम ते लीनस छीन आहार, ऊंचे वो पुकार कर हारी, न माने कुछ नृपै सू भारी। लो जी, वो कहन लगियां राह विच डाकू बैठे हन। ये मंदी भावना कवि दी है, ना किसी औरतां ने इदां किया, ना उन्हां दियां रोटियां लुटियां। इहनूं 125-150 साल बाद कित्थों सुपना आ गया भी आ गल होई सी। कोई लिखत दसे कि फलानी लिखत समकाली बंदे ने लिखिया, पर इहदा तां काम सी सिੱਖੀ नूं तबाह करना, मिठी मिठी नाल शहद ला के जहर दे के सानू मारना। सो सिੱਖਾਂ नूं डाकू पहला जो सब तो पहला किसी ने कहा 1843 दे विच, वो है कवि संतोख सिंह, जो वट पार जिहड़ा डाकू हुंदे ने। वो कहण लगियां राह विच डाकू बैठे हन, सातों उन्हां सारा भोजन खोह लिया है। असीं बहुत उच्ची उच्ची पुकार कर कर हार गईयां हां, वो मन्ने नहीं हन, बहुत निरभय हन। राहक 10 ग्राम में सारे पिंड विच 10 जिहड़े खेती करन वाले सन राहक, हुते अल्प ही वसने हारे, लिए लष्ट का हृदय रसाए, मारन कारण तूरन ताए।
वो अपने डंडे सोटे लैके वो ਜਿਹੜੇ 10 ਜਿਹੜੇ किसान सन वो चल पए और उन्हां नूं मारन लई दौड़े। दौड़त आवत दूर जोए, सावधान आगे सिख होए, मिलकर तेनू पर हार चलाए, मार मार कर चौं दिस धाए। वो दूरों देख के सिख भी तैयार हो गए, उन्हां नूं बहुत कुटिया। अगे ਸਿੰਘਾਂ ने लाठियां दे वार संभाल के सहारे ते तलवारां खिच के तुरत मार दिते। वो किरती लोग जिन्हां दियां जनानियां तो लुट के खो के भोजन खाधा सी। देखो जी असी खेतां विच काम करदे हां, 5 7 10 किसान साडे घर वालियां रोटियां लेके जांदियां, जे उन्हां नूं कोई लुट लेगा तां फिर असी ਤਾਂ ਚੁੱਪ नहीं बैठांगे, ਅਸੀਂ लड़न ਲਈ ਆਵਾਂਗੇ। ਉਹ लड़न ਲਈ ਆਏ। ਬਹਾਦਰੀ ਸਿੰਘਾਂ ਨੇ 5 ਸਿੱਖ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਇੱਕ ਕਵੀ ਕੀ ਦੱਸ ਰਿਹਾ ਕਿ ਉਹਨਾਂ ਕਿਸਾਨਾਂ ਨੂੰ ਇਹਨਾਂ ਨੇ ਮਾਰ ਦਿੱਤਾ। ਕਿ ਇਹ ਇਤਿਹਾਸ ਅਸੀਂ ਬੱਚਿਆਂ ਨੂੰ ਸੰਸਾਰ ਦੇ ਲੋਕਾਂ ਨੂੰ ਸੁਣਾਵਾਂਗੇ, ਇਹਦੇ ਵਿੱਚੋਂ ਕੀ ਉਤਸ਼ਾਹ ਮਿਲੇਗਾ। ਸਾਡੇ ਬੱਚੇ ਘਿਰਨਾ ਕਰਨਗੇ ਐਡੇ ਜ਼ਾਲਮ ਐਡੇ ਕੰਮ ਦਿਲੇ ਲੋਕ ਜਿਹੜੇ ਔਰਤਾਂ ਨੂੰ ਨਹੀਂ ਬਖਸ਼ਦੇ, ਔਰਤਾਂ ਨੂੰ ਲੁੱਟਦੇ, ਔਰਤਾਂ ਨੂੰ ਕੋਈ ਵੀ ਲੁੱਟ ਲਏਗਾ। ਕਿਹੜੀ ਬਹਾਦਰੀ ਦੀ ਗੱਲ ਹੈ। ਅਸੀਂ ਕਹਿੰਦੇ ਬਾਬਾ ਬੰਦਾ ਸਿੰਘ ਬਹੁਤ ਬਹਾਦਰ ਸਨ, ਉਹ ਕਹਿਣਗੇ ਉਹ ਤਾਂ ਔਰਤਾਂ ਦੇ ਭੋਜਨ ਲੁੱਟ ਰਹੇ ਸਨ। ਅਜਿਹਾ ਕੁਝ ਹੋਇਆ ਨਹੀਂ। ਇਹ ਕਵੀ ਸੰਤੋਖ ਸਿੰਘ ਅੱਜ ਜਿਹੜੇ ਸਾਰੇ ਸ਼ਿਕਾਰੀ ਦੇ ਤਿੱਤਰ ਨੇ ਉਹ ਇਸ ਗ੍ਰੰਥ ਦੀ ਕਥਾ ਕਰਦੇ ਨੇ, ਕਿਉਂਕਿ ਸਾਰੇ ਰਲ ਮਿਲ ਕੇ ਸਿੱਖੀ ਨੂੰ, ਗੁਰੂ ਨਾਨਕ ਦੀ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ। ਅੱਗੇ ਅਸੀਂ ਦੇਖਦੇ ਹਾਂ, ਫਿਰ ਪਿੰਡ ਦੇ ਵਿੱਚ ਚਲੇ ਗਏ ਤੇ ਖੋ ਖੋ ਕੇ ਸਭ ਵਸਤਾਂ ਸੰਭਾਲ ਲਈਆਂ। ਲੁੱਟ ਖੋ ਕੀਤੀ। ਗਰੀਬ ਲੋਕ ਪਿੰਡ ਦੇ ਵਿੱਚ ਜਿਹੜੇ ਕਿਰਤੀ ਬਿਰਤੀ ਸਨ ਉਹਨਾਂ ਨੂੰ ਪਿੰਡ ਦੇ ਵਿੱਚ ਬਹੁਤ ਮਾਰਿਆ ਕੁੱਟਿਆ, ਉਹਨਾਂ ਦਾ ਸਮਾਨ ਖੋਹ ਲਿਆ। ਜਦ ਉਹਨਾਂ ਭੱਜ ਭੱਜ ਕੇ ਲੁੱਟ ਮਚਾਈ ਤਾਂ ਹੋਰ ਵੀ ਕਈ ਮਨੁੱਖ ਭੱਜ ਕੇ ਆ ਮਿਲੇ। ਭਾਵ ਲੁਟੇਰਿਆਂ ਦਾ ਇੱਕ ਬਹੁਤ ਵੱਡਾ ਗਰੋਹ ਜਥਾ ਬਣ ਗਿਆ ਔਰ ਇਹ ਸਾਰੇ ਰਲ ਕੇ ਲੁੱਟਣ ਲੱਗ ਗਏ। ਲੁੱਟਣ ਵਾਸਤੇ ਮੈਂ ਹੁਣ ਸਿਰਫ ਅਰਥ ਕੀਤੇ ਹੋਏ ਦੱਸ ਰਿਹਾ, ਕਿਉਂਕਿ ਮੂਲ ਪਾਠ ਪੜ੍ਹਾਂਗੇ ਬਹੁਤ ਟਾਈਮ ਲੱਗੇਗਾ। ਲੁੱਟਣ ਵਾਸਤੇ ਸਾਰੇ ਮਿਲ ਕੇ ਇਕੱਠੇ ਹੋ ਗਏ। ਉਹ ਦਿਨ ਉਸ ਪਿੰਡ ਵਿੱਚ ਬਤੀਤ ਕੀਤਾ। ਰਾਤ ਨੂੰ ਸਾਰਿਆਂ ਮਿਲ ਕੇ ਮਤਾ ਪਕਾਇਆ। ਕੀ ਮਤਾ ਪਕਾਇਆ? ਕਿਹੜੇ ਬਾਦਸ਼ਾਹ ਨੂੰ, ਕਿਹੜੇ ਜ਼ਾਲਮ ਨੂੰ ਮਾਰਨਾ। ਮਤਾ ਦੇਖੋ ਕੀ ਪਕਾਇਆ। ਸ਼ਰਮ ਆਉਂਦੀ ਹੈ ਜਦੋਂ ਇਹ ਕਵੀ ਸੰਤੋਖ ਸਿੰਘ ਨੂੰ ਚੂੜਾਮਣੀ ਕਹਿੰਦੇ ਔਰ ਕਹਿੰਦੇ ਬਹੁਤ ਵੱਡਾ ਇਤਿਹਾਸ, ਸੋਹਣਾ ਇਤਿਹਾਸ ਲਿਖਿਆ, ਸਵਾਹ ਲਿਖਿਆ ਇਤਿਹਾਸ ਪੜ੍ਹ ਲਓ। ਮਤਾ ਪਕਾਇਆ, ਹੁਣ ਆਰਾਮ ਨਾਲ ਬੈਠਣਾ ਨਹੀਂ ਬਣਦਾ। ਉਨੋਂ ਪ੍ਰਾਤ ਕੋ ਲੂਟ ਮਚਾਵੋ, ਨਿਕਟ ਗ੍ਰਾਮ ਲਗ ਲਗ ਦਰਸਾਵੋ, ਜੋ ਅਰ ਪਰੇ ਕਟਾ ਕਰ ਦੀਜੈ, ਵਸਤ ਦਰਬ ਆਦਿਕ ਸਭ ਲੀਜੈ। ਕਹਿੰਦੇ ਸਵੇਰ ਨੂੰ ਉੱਠ ਕੇ ਲੁੱਟ ਮਚਾਵੋ। ਨੇੜੇ ਛੋਟੇ ਛੋਟੇ ਪਿੰਡ ਦਿਖਾਈ ਦਿੰਦੇ ਹਨ, ਜਿਹੜਾ ਅੜ ਪਵੇ ਉਸ ਨੂੰ ਕੱਢ ਦੇਵੋ, ਮਾਰ ਦੇਵੋ। ਅੱਜ ਕੋਈ ਇੱਦਾਂ ਲੁੱਟ ਮਚਾਵੇ ਤਾਂ ਅਸੀਂ ਕੀ ਕਹਿੰਦੇ? ਸਾਡੇ ਪਿੰਡ ਘਰ ਕੋਈ ਲੁੱਟਣ ਆਵੇ ਅਸੀਂ ਕੀ ਕਹਾਂਗੇ, ਕੀ ਕਰਾਂਗੇ? ਅਗਰ ਇਹ ਕਿਸੇ ਨਿਰਪੱਖ ਆਦਮੀ ਕੋ ਕੇਸ ਆਵੇ ਉਹ ਕਿਸ ਨੂੰ ਠੀਕ ਕਹੇਗਾ? ਜੋ ਘਰ ਆਰਾਮ ਨਾਲ ਖੇਤੀਬਾੜੀ ਕਰਕੇ ਆਪਣੀ ਰੋਜੀ ਰੋਟੀ ਕਮਾ ਰਿਹਾ ਉਹਨਾਂ ਨੂੰ ਠੀਕ ਕਹੇਗਾ, ਜਾਂ ਜਿਹੜੇ ਲੁਟੇਰੇ ਬਾਹਰੋਂ ਆ ਕੇ ਉਹਨਾਂ ਨੂੰ ਕੱਟ ਵੱਢ ਕਰਕੇ ਲੁੱਟ ਰਹੇ ਉਹਨਾਂ ਨੂੰ ਠੀਕ ਕਹੇਗਾ? ਕਿਹੋ ਜਿਹੀ ਛਵੀ, ਕਿਹੋ ਜਿਹਾ ਕਰੈਕਟਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹ 5 ਸਿੱਖਾਂ ਦਾ ਇਹ ਕਵੀ ਪੇਸ਼ ਕਰ ਰਿਹਾ। ਸਵੇਰ ਨੂੰ ਉੱਠ ਕੇ ਲੁੱਟ ਮਚਾਵੋ, ਨੇੜੇ ਛੋਟੇ ਛੋਟੇ ਪਿੰਡ ਦਿਖਾਈ ਦਿੰਦੇ ਹਨ, ਜਿਹੜਾ ਅੜ ਪਵੇ ਉਸ ਨੂੰ ਕੱਟ ਦੇਵੋ, ਤੇ ਵਸਤਰ ਧਨ ਆਦਿ ਸਭ ਲੈ ਲਵੋ। ਚਾਹੇ ਇਹ ਲੂਟਨ ਸੋ ਨਰ ਜਹ ਜਾਏ, ਮਾਨਵ ਜਾਏ ਬੁਲਾਵੇ ਤਹਿ ਤਹਿ। ਕਿ ਅੱਛਾ, ਜਿੱਥੇ ਜਿੱਥੇ ਵੀ ਮਨੁੱਖ ਲੁੱਟਣਾ ਚਾਹੁੰਦੇ ਸਨ, ਮਨੁੱਖ ਉੱਤੇ ਉੱਤੇ ਜਾ ਕੇ ਉਹਨਾਂ ਨੂੰ ਬੁਲਾ ਲੈਂਦੇ ਸਨ। ਕਿਹਨੂੰ? ਸਿੱਖਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਲੀਡਰ ਮੰਨ ਲਿਆ, ਲੁਟੇਰਿਆਂ ਦੇ ਲੀਡਰ। ਕਈ ਥਾਵਾਂ 'ਤੇ ਫਿਰ ਮਨੁੱਖ ਬੈਠਾ ਦਿੱਤੇ।
विच जामन बुला के मिला देते। सब को बंदे धीरज दीन, हतो के लूटो त्रास विहीन। मिले शत्रुगण में रखवारो, खरे एकांकी पुंज शंगारो। सारिਆਂ ਨੂੰ ਬੰਦਾ ਸਿੰਘ ਨੇ ਧੀਰਜ ਦਿੱਤਾ, डर रहत होके लुटो ਜਾਂ मारो। लुट मार है चाल चलन करैक्टर बाबा बंदा सिंह बहादुर का। किनू? किसी बादशाह किसी एहलकार नूं नहीं, गरीब लोगों नूं। जे बैरी इकट्ठे होके मिलणगे तां मैं तुहाडा रखवाला बनांगा, इकल्ले खड़े जां सारिਆਂ ਨੂੰ मारो। जे मतलब बैरी इकट्ठे होके होणगे तो मैं आवांगा, कल्ले कल्ले कोई गरीब बंदा मिलता तो सफाई कर दो, लुट लो सारा कुछ। इस प्रकार सलाह करके सुचेत हो गए। हुण सुनो, मसलत इम कर रहे सुचेत, सलाह करके इदां सुचेत हो गए। जागृत पै करन रण खेत, सवेरे जाग के युद्ध करते सन। चार करी के अमृत वेला किदां करते सन, ध्यान दिओ। हुण अमृत वेले 4 घड़ियां रहिंदे, उठते सन, नहाउंदे सन। सोच इशनान अयुद्ध ले इशनान करके फिर हथियार फड़ लेंदे सन। अल्प ग्राम नर सुप्त निशंक, छोटे पिंडां विच जद मनुख निश्चिंत होकर सुत्ते पियां नूं तड़के, गरीब मजलूम किरती लोकां नूं सुत्ते पियां नूं जाके दब लेंदे सन। छोटे पिंडां विच जद मनुख निश्चिंत होकर सुत्ते पे हुंदे सन तां अचानक इक्को वार हमला करके पै जांदे सन। कई डरदे मारे प्राण लैके भज जांदे सन, वो बच जांदे सन। ਜਿਹੜੇ ਅੱਗੇ ਅੜ ਜਾਂਦੇ ਸਨ ਉਹ ਸਾਰੇ ਮਾਰੇ ਜਾਂਦੇ ਸਨ। ਹੁਣ ਇਹ ਪੇਂਡੂ ਲੋਕਾਂ ਨੇ, ਗਰੀਬ ਲੋਕਾਂ ਨੇ, ਕਿਰਤੀ ਲੋਕ, ਤੁਹਾਡੀ ਲੜਾਈ ਰਾਜੇ ਨਾਲ ਹੈ। ਪਬਲਿਕ ਤਾਂ ਮਜਬੂਰ ਹੁੰਦੀ ਹੈ, ਪਬਲਿਕ ਕੀ ਕਰ ਸਕਦੀ? ਰਾਜੇ ਦੇ ਹੁਕਮ ਤਹਿਤ ਕੰਮ ਕਰਦੀ ਹੈ, ਆਪਣੇ ਬੱਚੇ ਪਾਲਦੀ, ਰੋਜੀ ਰੋਟੀ ਕਮਾਉਂਦੀ ਹੈ। ਹੁਣ ਉਹਨਾਂ ਨੂੰ, ਹੁਣ ਕੋਈ ਬੰਦਾ ਕਿਸੇ ਪਿੰਡ ਵਿੱਚ ਜਾ ਕੇ ਗੋਲੀਆਂ ਚਲਾ ਕੇ ਬੰਦੇ ਮਾਰ ਦੇ, ਉਹਨੂੰ ਬਹਾਦਰ ਕਹਾਂਗੇ, ਉਹਨੂੰ ਬੁਝਦਿਲ ਕਹਾਂਗੇ। ਲੜਨਾ ਹਾਣ ਦੇਣਾ। ਮੈਂ ਫਿਰ ਦੱਸ ਦੇਵਾਂ, ਸਾਡੇ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਜ਼ੁਲਮ ਕਿਤੇ ਕੁਝ ਨਹੀਂ ਕੀਤਾ। ਇਹ ਉਸ ਨੂੰ ਬਦਨਾਮ ਕਰਨ ਲਈ, ਸਿੱਖੀ ਨੂੰ ਬਦਨਾਮ ਕਰਨ ਲਈ, ਗੁਰੂ ਨੂੰ ਘਟੀਆ ਦਿਖਾਉਣ ਲਈ, ਗੁਰੂ ਦੇ ਸਿੱਖਾਂ ਨੂੰ ਕਲੰਕਿਤ ਕਰਨ ਲਈ ਇਹ ਕਹਾਣੀ ਬਾਬਾ ਮੈਂ ਸੁਣਾ ਕਿਉਂ ਰਿਹਾ? ਇਸ ਲਈ ਸੁਣਾ ਰਿਹਾ ਕਿ ਜਦੋਂ ਅੱਜ ਇਸ ਗ੍ਰੰਥ ਦਾ ਆਧਾਰ ਬਣਾ ਕੇ ਔਰ ਉਹ ਸਿੱਖਾਂ ਨੂੰ ਡਾਕੂ, ਚੋਰ, ਲੁਟੇਰੇ, ਬਦਮਾਸ਼, ਲੁੱਚੇ, ਲਫੰਗੇ ਦੱਸਦੇ ਨੇ ਲੋਕ, ਫਿਰ ਅਸੀਂ ਬਹੁਤ ਮੁਜ਼ਾਹਰੇ ਕਰਦੇ ਹਾਂ, ਅਸੀਂ ਖੂਨ ਬਹਾਉਂਦੇ ਹਾਂ, ਅਸੀਂ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੋ ਜਾਂਦੇ ਹਾਂ। ਪਰ ਜਿਸ ਗ੍ਰੰਥ ਨੂੰ ਉਹ ਆਧਾਰ ਬਣਾਉਂਦੇ ਨੇ ਲਿਖਾਰੀ ਸਾਰੇ, ਉਹ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਗ੍ਰੰਥ ਦੀ ਕਥਾ ਕਰਦੇ ਹਾਂ। ਕੱਲ੍ਹ ਨੂੰ ਕੋਈ ਵੀ ਤਕੜਾ ਹੋ ਕੇ ਪੁੱਛੇ, ਭਾਈ ਅਸੀਂ ਤਾਂ ਉਸ ਗ੍ਰੰਥ ਦੀ ਗੱਲ ਕਰਨੇ ਆ ਜਿਹੜਾ ਤੁਸੀਂ ਆ ਪ੍ਰਕਾਸ਼ ਕੀਤਾ ਹੋਇਆ, ਸਾਡੇ ਕੋਲ ਕੀ ਜਵਾਬ ਹੈ ਕੋਈ ਜਵਾਬ? ਸੋ ਧਨ ਆਦਿ ਵਸਤਾਂ ਭਲੀ ਪ੍ਰਕਾਰ ਲੁੱਟ ਲੈਂਦੇ ਸਨ, ਹਥਿਆਰਬੰਦ ਹੋ ਕੇ ਲੜਨ ਵਾਸਤੇ ਖਲੋ ਜਾਂਦੇ ਸਨ। ਨੇੜੇ ਦੇ ਪਿੰਡ, 2-3 ਪਿੰਡਾਂ ਵਿੱਚੋਂ ਧਨ ਅਤੇ ਬਹੁਤ ਵਸਤਾਂ ਲੁੱਟ ਲਈਆਂ। ਉੱਥੇ ਨੇੜੇ ਪਿੰਡਾਂ 'ਚੋਂ ਧਨ ਤੇ ਵਸਤਾਂ ਲੁੱਟ ਲਈਆਂ। ਐਸੇ ਰੌਲੇ ਨੂੰ ਵੇਖ ਕੇ ਅਤੇ ਹੁਣ ਸੁਣ ਕੇ 4 ਚਫੇਰੇ ਦੇ ਲੁਟੇਰੇ ਆ ਮਿਲੇ। ਮੰਨ ਲਓ ਇੱਕ ਲੁਟੇਰਿਆਂ ਦਾ ਵੱਡਾ, ਜਿਹੜੇ ਹੋਰ ਲੁੱਟਣ ਵਾਲੇ ਦੀ ਮਨਸ਼ਾ ਰੱਖਦੇ ਸਨ ਨਾ, ਉਹ ਸਾਰੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਗਏ। ਲੁੱਟ ਕੇ ਨੂੰ ਰਹੇ। ਜੇ ਇਹ ਇਕੱਠੇ ਹੋ ਕੇ ਵਜ਼ੀਰ ਖਾਨ ਨੂੰ ਲੁੱਟਣ ਜਾਂ ਹੋਰ ਵੱਡਿਆਂ ਨੂੰ ਲੁੱਟਣ ਤਾਂ ਗੱਲ ਬਣਦੀ ਹੈ ਨਾ। ਗਰੀਬ ਲੋਕਾਂ ਨੂੰ ਮਾਰ ਰਹੇ, ਉਹਨਾਂ 'ਤੇ ਆਪਣਾ ਜ਼ੋਰ ਜ਼ੁਲਮ ਕਰ ਰਹੇ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਗੁਰਮਤਿ ਤਾਂ ਇਹ ਕਹਿੰਦੀ ਹੈ, ਜੇ ਤਕੜਾ ਤਕੜੇ ਨੂੰ ਮਾਰੇ ਫਿਰ ਕੋਈ ਰੋਸ ਨਹੀਂ, ਬਰਾਬਰ ਦੀ ਟੱਕਰ ਹੈ ਨਾ। ਆ ਗਰੀਬ ਕਿਰਤੀ ਲੋਕ, ਅਣਭੋਲ ਲੋਕ ਪਿੰਡਾਂ ਵਿੱਚ ਕਿਰਤ ਵਿਰਤ ਕਰਕੇ ਬੱਚੇ ਪਾਲਦੇ, ਉਹਨਾਂ ਨੂੰ ਲੁੱਟੀ ਜਾਣਾ, ਤੇ ਇਹ ਕਿੱਥੋਂ ਦੀ ਕੋਈ ਸਿਆਣਪ ਨਹੀਂ। ਫਿਰ ਅੱਗੇ ਅਸੀਂ
बहुत लम्मा चौड़ा, सारा पढ़ोगे ना तुसी हैरान हो जाओगे। हाले जदों अगे पढ़ोगे, जदों लड़ाइयां होंदियां उन्हां दियां औरतां नाल जो कुछ कीता जांदा इस ग्रंथ अनुसार असल विच नहीं होया। सिक्खी का किरदार ये नहीं है, पर जो कवि संतोख सिंह ने लिखिया होया वो इतना गंदा है ना, इतना घटिया दर्जे का कि तुसी अपने मूँह में उंगलियां पा के चुप हो जाओगे कि हैं इदा लिखिया होया। इस ग्रंथ की तो बड़ी गुड्डी चढ़ी हुई है, सारी दुनिया इस ग्रंथ को महान मनती है। सो आओ असी अगे देखते हैं कि की चल रहा। फिर जदों इन्हां दा ना वड्डी लड़ाई होई अहलकारां नाल, जिन्हां दे कोल फौजां सी, सब कुछ सी, तां जिहड़े लुटेरे सी ना ये डर गए। ये डर गए भी उन्हां को तोपां, उन्हां को सब कुछ है। फिर देखो ये शातिर लिखारी करामात नूं विच ले आउंदा, की कहंदा है कि उलंघे नहीं लकीर। अच्छा वो डर गए, लोग पिछा भजन लगे, तो बाबा बंदा सिंह बहादुर ने उत्थे एक लीक खिंच दी। कहंदा भी वो जिहड़ी दुश्मन की गोली है ना, तोप का गोला, यह लीक तो अगे नहीं आएगा। जो गुरु गोबिंद सिंह ने तीर दिते ना, उन्हें एक लीक खिंच दी। जदों असी इहो जिहियां कपोल कथावां ते दी गल करांगे, इसनूं गुरमत मन्नांगे, किहड़ा बच्चा अज दे युग विच सिੱਖੀ विच दाखल होएगा। भई एक तीर नाल लकीर खिंचती, दुश्मन उत्थे तोप दे गोले चला रहा, वो गोला लकीर तो अगे नहीं जा रहा। जो हिंदू इतिहास विच जिन्नियां लड़ाइयां जो कुछ हो रहा ना, वो सारा अजिहा ही सी। और साडे सतगुरु 10 जामे धार के 239 साल उस मिथिहास विचों कढ़ के सानू इतिहास गाड़ी राह ते पाउण आए सी। पर कवि संतोख सिंह ने मुड़ के सानू उत्थे ही लै गया। ते की लिखदे ने, ये देखो, उलंघे नहीं लकीर खिंची ना, उलंघे नहीं लकीर अगारी, ते लो पहुँचे न वल भारी, खरे सुखैन ना किसके लागे, सने सने आवत रिप आ गए। पर वो सारे लकीर तो अगे नहीं लंघते सन। ਜਿਹੜੇ दुश्मन भी आउंदे सन, बड़ी मुश्किल नाल उत्थों तक पहुँचते सन। उन्हां विच कोई भी बहुती शक्तिशाली नहीं हुंदी सी, सारे आसानी नाल खड़े सन, किसी नूं गोली नहीं लगदी सी, हौली हौली वैरी अगे आ रहे सन। गोली नहीं लगदी सी, लकीर तो अगे नहीं आउंदी सी, वैरी अगे आ रहे सन। बंदा सिंह दा इस प्रकार का उद्यम वेख के सारे लोग बहुत प्रसन्न होए ते उन्हां ने सब प्रकार के डर छड़ दिते। फिर सावधान होकर शास्त्र संभाल लै। उन्हां पास विशाल नेजे, तीर अते बंदूकां सन। कईयां ने ढालां तलवारां फड़ लईआं। इस प्रकार चलदे जद नेड़े हो गए, फिर दलेर हो गए ते सूरमिਆਂ नाल भेड़ करना चाहुंदे सन। जद कई बंदूकां चलाईआं तां तुरक रण खेतर विच डिग पए। इस तरह करके करामातां करके होर ऊल जलूल करके इन्हां ने बाबा बंदा सिंह बहादुर नूं करामातां दिखा के जितण दे तरीके दस्से ने, जो कि बिल्कुल सिੱਖੀ दे नाल मेल नहीं खांदे। होर सुनो, अगे जदों लड़ाई हो रही सी ना, ते होर की होया, बंदे दी जित ते सढौरा मारना। सढौरे दी जदों लड़ाई होई ते उत्थे कहंदे ना, फिर आसमान तो शहीदां दीयां फौजां आ गईयां। जिन्हां शहीद फौजां दी गल कीती जांदी ना, यह भी इस कवि संतोख सिंह दे ग्रंथ दी देन है। शहीद फौजां है नहीं कोई, जे हुंदियां ते उन्हें आनंदपुर आ जाना सी। जे हुंदियां शहीद फौजां ने उतर के वजीर खान की संघी नप लैनी सी। जदों 7 ते 9 साल के मासूम बच्चों नूं शहीद किया ना, वो शहीद फौजां जे इदां हुंदियां आसमान नूं उतरन वालियां, इदों ज़्यादा वड्डी जरूरत होर कदों पैनी सी। निर्दोष निहत्थे मजलूम छोटी बाल उम्र के बच्चों नूं जदों कतल किया गया, नीहां च चिणिया गया, शहीद सिंह उदों भतीजे ना, उदों उन्हां नूं ख्याल नहीं आया कि बई वो जाके उन्हां दी मदद करन, अगर कोई हैगियां तां। फिर बाबा बंदा सिंह बहादुर जो लुट खसुट कर रहा, उदों शहीद फौजां ने आउणा सी लुटेरियां दा साथ देण लई। इत्थे लुट्टण दी गल है, वजीर खान को नहीं पहुंचे, जालम नूं सोधण लई नहीं पहुंचे। वजीर खान तां हले दूर है,
ਇਹ ਤਾਂ ਪਿੰਡਾਂ ਨੂੰ ਲੁੱਟ ਰਹੇ ਹਾਲੇ। ਉਦੋਂ ਸ਼ਹੀਦਾਂ ਦੀਆਂ ਫੌਜਾਂ ਆ ਗਈਆਂ, ਉਹ ਸ਼ਹੀਦਾਂ ਦੀਆਂ ਫੌਜਾਂ ਨੇ ਆ ਕੇ ਲੜਾਈ ਕੀਤੀ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਹੋ ਗਈ। ਅੱਜ ਲੱਗਦਾ ਇੱਥੇ ਅਸੀਂ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ। ਮੈਂ ਇਹ ਸਬਜੈਕਟ ਸ਼ੁਰੂ ਕਿਉਂ ਕੀਤਾ ਕਿ ਅਸੀਂ ਬਾਹਰੋਂ ਪੈਰਾਸੀਟਾਮੋਲ ਦੇ ਕੇ ਤੇ ਬੁਖਾਰ ਨੂੰ ਘਟਾਉਂਦੇ ਰਹੋ, ਫਿਰ ਹੋ ਜਾਣਾ, ਫਿਰ ਘੱਟ ਕਰ ਦਿਓ। ਕਿੰਨੀ ਕੁ ਪੈਰਾਸੀਟਾਮੋਲ ਖਾਵਾਂਗੇ? ਉਹ ਗ੍ਰੰਥਾਂ 'ਚ ਲਿਖਦੇ ਨੇ ਚੋਰ ਡਾਕੂ ਲੁਟੇਰੇ, ਅਸੀਂ ਮੁਜ਼ਾਹਰੇ ਕਰਦੇ ਹਾਂ, ਉਹ ਵਾਪਸ ਹੋ ਜਾਂਦੇ 5-4 ਸਾਲ ਬਾਅਦ। ਫਿਰ ਕਿਤਾਬ ਕੋਈ ਇਤਿਹਾਸ ਲਿਖਦਾ, ਕਿਉਂਕਿ ਇਤਿਹਾਸ ਲਿਖਣ ਨੂੰ ਇਹਨਾਂ ਨੂੰ ਇਤਿਹਾਸਕ ਸੋਮੇ ਕਿਹਾ ਗਿਆ। ਇਹਨਾਂ ਇਤਿਹਾਸਕ ਸੋਮਿਆਂ 'ਚੋਂ ਲੱਭ ਕੇ ਫਿਰ ਕਿਤਾਬ ਲਿਖਦੇ ਆ, ਫਿਰ ਅਸੀਂ ਵਿਰੋਧ ਕਰਦੇ। ਜੇ ਇਸ ਸੋਮੇ ਨੂੰ, ਜ਼ਹਿਰੀਲੇ ਸੋਮੇ ਨੂੰ ਬੰਦ ਕਰ ਦਿੱਤਾ ਜਾਵੇ, ਜਿੱਥੇ ਸਿੱਖਾਂ ਨੂੰ ਕਲੰਕਿਤ ਕੀਤਾ ਗਿਆ, ਔਰਤਾਂ ਨੂੰ ਲੁੱਟਦੇ ਹੋਏ ਦਿਖਾਇਆ ਗਿਆ, ਜਿੱਥੇ ਗਰੀਬਾਂ ਨੂੰ ਮਾਰਦੇ ਹੋਏ ਦਿਖਾਇਆ ਗਿਆ, ਜਿੱਥੇ ਸਵੇਰ ਦੇ ਸਮੇਂ ਵਿਸਾਖਾਤ ਕਰਕੇ ਔਰ ਸੁੱਤੇ ਪਿਆ ਲੋਕਾਂ ਨੂੰ, ਗਰੀਬਾਂ ਨੂੰ, ਮਜ਼ਲੂਮਾਂ ਨੂੰ ਮਾਰ ਕੇ ਉਹਨਾਂ ਨੂੰ ਲੁੱਟਦਿਆਂ ਹੋਇਆ ਦਿਖਾਇਆ ਗਿਆ। ਜੇ ਇਸ ਗ੍ਰੰਥ ਨੂੰ ਚੱਕ ਕੇ ਬਾਹਰ ਕਰ ਦਈਏ ਤੇ ਸਾਰਾ ਕੁਝ ਸਾਫ਼ ਆਪੇ ਹੋ ਜਾਣਾ। ਬਿਮਾਰੀ ਦੀ ਜੜ ਹੀ ਪੱਟੀ ਗਈ ਤੇ ਮੁੜ ਕੇ ਬਿਮਾਰੀ, ਬੁਖਾਰ ਹੋਣ ਦਾ ਜਾਂ BP ਵਧਣ ਦਾ ਕੋਈ ਕਾਰਨ ਹੀ ਨਹੀਂ ਹੋਣਾ, ਜਾਂ ਜੜ ਹੀ ਖਤਮ ਹੋ ਗਈ। ਸੋ ਇਹ ਜੋ ਕਵੀ ਸੰਤੋਖ ਸਿੰਘ ਹੈ, ਇਸ ਦਾ 1 ਪੁਆਇੰਟ ਪ੍ਰੋਗਰਾਮ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਕਿਸੇ ਹਾਲਤ ਵੀ ਜਿਉਂਦਾ ਨਹੀਂ ਰਹਿਣ ਦੇਣਾ। ਭਾਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਸਿੱਧ ਕਰਦੇ, ਉਹਦੀ ਵਡਿਆਈ ਕਰਦੇ, 10 ਗੁਰੂਆਂ ਦੀ ਵਡਿਆਈ ਰੱਬ ਕਰਕੇ ਕਰਦੇ, ਪਰ ਇਹਦੇ ਅੰਦਰ ਦੀ ਖੋਟ ਇਹੀ ਹੈ ਕਿ ਸਿੱਖੀ ਤੱਤ ਗੁਰਮਤ ਨੂੰ ਮੈਂ ਖਤਮ ਕਰਕੇ ਮਾਰ ਕੇ ਸਾਹ ਲੈਣਾ। ਅੱਜ ਅਸੀਂ ਇੱਥੇ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਕਿਉਂਕਿ ਵਿਚਾਰ ਹੈ, ਕਰਦੇ ਹਾਂ ਆਪਣੀ ਤੁਛ ਬੁੱਧੀ ਅਨੁਸਾਰ। ਸੋ ਉਮੀਦ ਹੈ ਸੰਗਤਾਂ ਮਾਫ ਕਰਨਗੀਆਂ। ਇੱਕੋ ਹੀ ਬੇਨਤੀ ਵਾਰ-ਵਾਰ ਕਰਿਆ ਕਰਦਾ ਕਿ ਮੈਂ ਤਾਂ ਸਿਰਫ ਖੋਜ ਕਰਕੇ ਤੁਹਾਡੇ ਅੱਗੇ ਪਰੋਸ ਸਕਦਾ। ਅੱਗੇ ਇਹ ਕਿੱਥੋਂ ਤੱਕ ਤੁਸੀਂ ਪਹੁੰਚਾ ਦਿਓ, ਇਹ ਤੁਹਾਡਾ ਉਦਮ ਹੈ ਕਿ ਵੱਧ ਤੋਂ ਵੱਧ ਗਰੁੱਪਾਂ ਵਿੱਚ, ਵੱਧ ਤੋਂ ਵੱਧ ਸਿੱਖਾਂ ਵਿੱਚ ਇਹ ਜਾਗਰਤੀ ਆਉਣੀ ਚਾਹੀਦੀ ਹੈ। ਭਾਈ ਇਹਨਾਂ ਗ੍ਰੰਥਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢੋ। ਮੇਰੇ ਚੈਨਲ ਨੂੰ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਪਸੰਦ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।